ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸ਼ਿਵਰਾਜ ਢਿੱਲੋਂ ਦੇ ਵਿੱਚ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ ਹੈ। ਅੱਜ ਅਸੀਂ ਪੜ੍ਹਾਂਗੇ ਰਾਜਨੀਤੀ ਸ਼ਾਸਤਰ ਦੇ ਟੌਪਿਕ ਦੇ ਬਾਰੇ ਦੇ ਵਿੱਚ, ਜਿਸ ਦਾ ਨਾਮ ਹੈ ਸਮਾਨਤਾ। ਸਮਾਨਤਾ ਦੇ ਪਾਠ ਨੂੰ ਮੈਂ ਦੋ ਭਾਗਾਂ ਦੇ ਵਿੱਚ ਵੰਡ ਕੇ ਪੜ੍ਹਾ ਰਿਹਾ ਹਾਂ, ਤਾਂ ਅੱਜ ਅਸੀਂ ਇਸ ਦਾ ਪਹਿਲਾ ਭਾਗ ਪੜ੍ਹਾਂਗੇ। ਸਮਾਨਤਾ, ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ, ਬਰਾਬਰਤਾ, ਇਕੁਐਲਿਟੀ, ਭੇਦਭਾਵ ਨਾ ਹੋਣਾ। ਸਮਾਨਤਾ ਲੋਕਤੰਤਰ ਦਾ ਥੰਮ ਹੈ। ਤੁਸੀਂ ਜਾਣਦੇ ਹੋ, ਲੋਕਤੰਤਰੀ ਦੇਸ਼ ਹੈ। ਲਗਭਗ ਦੁਨੀਆ ਦੇ ਵਿੱਚ ਇਸ ਸਮੇਂ ਲੋਕਤੰਤਰ ਸਥਾਪਿਤ ਹੈ। ਤਾਂ ਲੋਕਤੰਤਰ ਦਾ ਥੰਮ ਮੰਨਿਆ ਜਾਂਦਾ ਹੈ ਸਮਾਨਤਾ ਨੂੰ। ਸਮਾਨਤਾ ਦਾ ਸਧਾਰਨ ਅਰਥ ਸਾਰੇ ਵਿਅਕਤੀਆਂ ਦੀ ਕੁਦਰਤੀ ਸਮਾਨਤਾ। ਸਧਾਰਨ ਅਰਥ ਕੀ ਹੈ? ਕੁਦਰਤੀ ਸਮਾਨਤਾ। 1776 ਵਿੱਚ ਅਮਰੀਕਾ ਦੀ ਸੁਤੰਤਰਤਾ ਦੀ ਘੋਸ਼ਣਾ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਇਹਨਾਂ ਸੱਚਾਈਆਂ ਨੂੰ ਪੂਰਨ ਤੌਰ 'ਤੇ ਸਪਸ਼ਟ ਸਮਝਦੇ ਹਾਂ ਕਿ ਸਾਰੇ ਵਿਅਕਤੀ ਸਮਾਨ ਪੈਦਾ ਹੋਏ ਹਨ। 1776 'ਚ ਅਮਰੀਕਾ ਆਜ਼ਾਦ ਹੋਇਆ ਸੀ, ਤਾਂ ਜਦੋਂ ਅਮਰੀਕਾ ਆਜ਼ਾਦ ਹੋਇਆ, ਸੁਤੰਤਰ ਹੋਇਆ, ਤਾਂ ਉਹਦੀ ਘੋਸ਼ਣਾ ਦੇ ਵਿੱਚ ਇਹ ਸਪਸ਼ਟ ਕਿਹਾ ਗਿਆ ਸੀ ਕਿ ਸਾਰੇ ਵਿਅਕਤੀ ਸਮਾਨ ਪੈਦਾ ਹੋਏ ਹਨ। ਅਸੀਂ ਇਹਨਾਂ ਸੱਚਾਈਆਂ ਨੂੰ ਪੂਰਨ ਤੌਰ 'ਤੇ ਸਪਸ਼ਟ ਸਮਝਦੇ ਹਾਂ। ਅਤੇ ਉਸ ਤੋਂ ਥੋੜ੍ਹੇ ਸਮੇਂ ਬਾਅਦ ਹੀ 1799 ਦੇ ਵਿੱਚ ਫਰਾਂਸ ਦੀ ਕ੍ਰਾਂਤੀ ਹੋਈ। ਉਸ ਤੋਂ ਪਿੱਛੋਂ ਫਰਾਂਸ ਦੀ ਰਾਸ਼ਟਰੀ ਅਸੈਂਬਲੀ ਨੇ ਮਨੁੱਖੀ ਅਧਿਕਾਰਾਂ ਦੀ ਜੋ ਘੋਸ਼ਣਾ ਕੀਤੀ ਹੈ, ਉਸ ਵਿੱਚ ਕਿਹਾ ਗਿਆ ਹੈ ਕਿ ਮਨੁੱਖ ਸੁਤੰਤਰ ਪੈਦਾ ਹੋਏ ਹਨ ਅਤੇ ਉਹ ਅਧਿਕਾਰਾਂ ਦੇ ਸੰਬੰਧ ਵਿੱਚ ਸਦਾ ਸੁਤੰਤਰ ਅਤੇ ਸਮਾਨ ਰਹਿੰਦੇ ਹਨ। ਪਰ ਇਸ ਤਰ੍ਹਾਂ ਦੀ ਜਿਹੜੀ ਸਮਾਨਤਾ ਹੈ, ਜਿਸ ਦੀ ਅਮਰੀਕਾ ਦੀ ਘੋਸ਼ਣਾ ਦੇ ਵਿੱਚ ਜਾਂ ਫਰਾਂਸ ਦੀ ਰਾਸ਼ਟਰੀ ਅਸੈਂਬਲੀ ਦੇ ਵਿੱਚ ਗੱਲ ਕੀਤੀ ਗਈ ਹੈ, ਇਸ ਤਰ੍ਹਾਂ ਦੀ ਸਮਾਨਤਾ ਕਿਸੇ ਸਮਾਜ ਵਿੱਚ ਸੰਭਵ ਨਹੀਂ ਹੋ ਸਕਦੀ। ਇਸ ਮਨੁੱਖੀ ਸੰਸਾਰ ਵਿੱਚ ਸਾਰੇ ਵਿਅਕਤੀਆਂ ਦਾ ਸਮਾਨ ਪੈਦਾ ਹੋਣਾ ਜਾਂ ਸਮਾਨ ਤੌਰ 'ਤੇ ਰਹਿਣਾ ਬਿਲਕੁਲ ਅਸੰਭਵ ਹੈ। ਮਨੁੱਖਾਂ ਵਿੱਚ ਸਰੀਰਕ ਬਣਤਰ ਸੰਬੰਧੀ ਅੰਤਰ ਹੁੰਦੇ ਆ, ਤੁਸੀਂ ਸਾਰੇ ਜਾਣਦੇ ਹੀ ਹੋ। ਜੇਕਰ ਆਕਾਰ ਵੇਖ ਲਈਏ ਆਪਾਂ ਸਰੀਰ ਦਾ, ਤਾਂ ਸਾਰਿਆਂ ਦਾ ਅਲੱਗ-ਅਲੱਗ ਹੈ। ਕਿਸੇ 'ਚ ਜਿਹੜੀ ਸਟਰੈਂਥ ਹੈ ਉਹ ਜ਼ਿਆਦਾ ਹੁੰਦੀ ਹੈ, ਕਿਸੇ 'ਚ ਸਟਰੈਂਥ ਘੱਟ ਹੁੰਦੀ ਹੈ, ਕਿਸੇ 'ਚ ਜਿਹੜਾ ਦਿਮਾਗ ਦੀ ਜਿਹੜਾ ਉਹਦਾ ਬੁੱਧੀ ਅੰਕ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਜ਼ਿਆਦਾ ਹੁੰਦਾ ਹੈ, ਕਿਸੇ 'ਚ ਘੱਟ ਹੁੰਦਾ ਹੈ। ਤਾਂ ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਕਿ ਸਾਰੇ ਵਿਅਕਤੀ ਸਮਾਨ ਰੂਪ ਵਿੱਚ ਹੀ ਪੈਦਾ ਹੋਏ ਹਨ, ਪਰ ਸਾਰਿਆਂ ਨੂੰ ਅਧਿਕਾਰ ਸਮਾਨ ਤੌਰ 'ਤੇ ਹੀ ਪ੍ਰਾਪਤ ਹੋਣੇ ਚਾਹੀਦੇ ਹਨ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸੁਤੰਤਰਤਾ, ਸਮਾਨਤਾ ਅਤੇ ਭਰਾਤਰੀ ਭਾਵ ਨੂੰ ਮੁੱਖ ਆਦਰਸ਼ ਨਿਸ਼ਚਿਤ ਕੀਤਾ ਗਿਆ ਹੈ। ਹਾਂ, ਇਹ ਤਾਂ ਗੱਲ ਹੈ ਕਿ ਕੁਦਰਤੀ ਸਮਾਨਤਾ ਨੂੰ ਤਾਂ ਚਾਹੇ ਅਸੀਂ ਲਾਗੂ ਨਹੀਂ ਕਰ ਸਕਦੇ, ਜਾਂ ਇਹ ਸੰਭਵ ਹੀ ਨਹੀਂ ਹੋ ਸਕਦੀ ਗੀ, ਕਿਉਂਕਿ ਮਨੁੱਖਾਂ ਦੇ ਵਿੱਚ, ਬੁੱਧੀ ਦੇ ਵਿੱਚ, ਉਹਨਾਂ ਦੀ ਸਰੀਰਕ क्षमता ਦੇ ਵਿੱਚ, ਕੈਪੈਸਿਟੀ ਦੇ ਵਿੱਚ ਅੰਤਰ ਹੁੰਦਾ ਹੀ ਹੈ। ਪਰ ਹਾਂ, ਸਾਰਿਆਂ ਨੂੰ ਅਧਿਕਾਰ ਇੱਕੋ ਜਿਹੇ ਮਿਲੇ ਹੋਣ, ਅਧਿਕਾਰਾਂ 'ਚ ਭੇਦਭਾਵ ਨਾ ਕੀਤਾ ਹੋਵੇ ਕਿਸੇ ਵੀ ਆਧਾਰ 'ਤੇ, ਜਾਤ ਦੇ ਆਧਾਰ 'ਤੇ, ਲਿੰਗ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ। ਇਹ ਨਾ ਹੋਵੇ ਕਿ ਕਿਸੇ ਖਾਸ ਵਰਗ ਨੂੰ ਅਧਿਕਾਰ ਦਿੱਤੇ ਹੋਏ ਹੈ, ਦੂਜਿਆਂ ਨੂੰ ਵਾਂਝੇ ਰੱਖਿਆ ਹੋਇਆ, ਜਾਂ ਕਿਸੇ ਖਾਸ ਵਰਗ ਨੂੰ ਅਧਿਕਾਰ ਨਹੀਂ ਦਿੱਤੇ ਹੋਏ, ਬਾਕੀਆਂ ਨੂੰ ਦਿੱਤੇ ਹੋਏ। ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਤੋਂ ਬਾਅਦ ਜੀ ਸਮਾਨਤਾ ਦਾ ਅਰਥ ਕਰਦੇ ਹਾਂ। ਇਹ ਤੁਹਾਨੂੰ 2 ਜਾਂ 4 ਨੰਬਰ ਦੇ ਵਿੱਚ ਬਹੁਤ ਵਾਰ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ। ਸਮਾਨਤਾ ਦਾ ਕੀ ਅਰਥ ਹੈ? ਜਨਮ, ਧਰਮ, ਨਸਲ, ਰੰਗ ਆਦਿ ਦੇ ਆਧਾਰ ਉੱਪਰ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ, ਬਿਨਾਂ ਕਿਸੇ ਭੇਦਭਾਵ ਦੇ ਸਾਰੇ ਵਿਅਕਤੀਆਂ ਨੂੰ ਸਮਾਨ ਅਧਿਕਾਰਾਂ ਦੀ ਪ੍ਰਾਪਤੀ, ਸਾਰੇ ਵਿਅਕਤੀਆਂ ਨੂੰ ਆਪਣਾ ਸਰਵ ਉੱਤਮ ਵਿਕਾਸ ਕਰਨ ਲਈ ਯੋਗ ਅਤੇ ਸਮਾਨ ਅਵਸਰਾਂ ਦੀ ਉਪਲਬਧਤਾ, ਵਿਅਕਤੀਆਂ ਦੀਆਂ ਮੌਲਿਕ ਲੋੜਾਂ ਦੀ ਪੂਰਤੀ ਲਈ ਯੋਗ ਅਵਸਰਾਂ ਦੀ ਸਮਾਨ ਰੂਪ ਵਿੱਚ ਉਪਲਬਧਤਾ। ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਕੁਦਰਤੀ ਸਮਾਨਤਾ, ਸਾਰਿਆਂ ਨੂੰ ਬਿਲਕੁਲ ਬਰਾਬਰ ਕਰ ਦੇਣਾ, ਇਹ ਬਿਲਕੁਲ ਸੰਭਵ ਨਹੀਂ ਸਮਾਜ ਦੇ ਵਿੱਚ, ਕਿਉਂਕਿ ਮਨੁੱਖਾਂ ਦੇ ਵਿੱਚ ਬੇਸਿਕਲੀ ਹੀ ਕੁਦਰਤ ਵੱਲੋਂ ਹੀ ਅੰਤਰ ਪਾਏ ਗਏ ਆ ਕਿ ਸਾਰੇ ਮਨੁੱਖ ਯੋਗਤਾ ਦੇ ਪੱਖ ਤੋਂ ਇੱਕੋ ਜਿਹੇ ਨਹੀਂ ਹੁੰਦੇ ਗੇ। ਬਹੁਤ ਜ਼ਿਆਦਾ ਗੁਣਵਾਨ ਵੀ ਹੁੰਦੇ ਆ, ਸਧਾਰਨ ਵੀ ਹੁੰਦੇ ਆ, ਘੱਟ ਵੀ ਹੁੰਦੇ ਆ, ਔਰ ਵੱਖ-ਵੱਖ ਤਰ੍ਹਾਂ ਦੇ ਅੰਤਰ ਉਹਨਾਂ ਦੇ ਵਿੱਚ ਪਾਏ ਜਾਂਦੇ ਆ। ਕੋਈ ਜ਼ਿਆਦਾ ਮਿਹਨਤ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਹੈ। ਇਸ ਲਈ ਸਾਰਿਆਂ ਨੂੰ ਸਮਾਨ ਨਹੀਂ ਰੱਖ ਸਕਦੇ ਅਸੀਂ ਕਿ ਬਿਲਕੁਲ ਬਰਾਬਰਤਾ ਆ ਜਾਏ, ਅਜਿਹਾ ਨਹੀਂ ਹੋ ਸਕਦਾ। ਪਰ ਹਾਂ, ਇਹ ਹੋ ਸਕਦਾ ਕਿ ਕਿਸੇ ਨਾਲ ਜਨਮ, ਧਰਮ, ਨਸਲ, ਰੰਗ ਦੇ ਆਧਾਰ 'ਤੇ ਕੋਈ ਵਿਸ਼ੇਸ਼ ਅਧਿਕਾਰ ਨਾ ਪ੍ਰਾਪਤ ਹੋਵੇ, ਕਿਸੇ ਨੂੰ ਅਧਿਕਾਰਾਂ ਤੋਂ ਜਿਹੜਾ ਵਾਂਝਿਆ ਨਾ ਕੀਤਾ ਗਿਆ ਹੋਵੇ। ਸਾਰਿਆਂ ਨੂੰ ਆਪਣੀ ਜਿਹੜੀਆਂ ਸ਼ਮਤਾਵਾਂ ਨੇ, ਯੋਗਤਾਵਾਂ ਨੇ, ਉਹਨਾਂ ਨੂੰ ਵਿਕਸਿਤ ਕਰਨ ਦੇ ਜਿਹੜੇ ਇੱਕੋ ਜਿਹੇ ਸਮਾਨ ਮੌਕੇ ਮਿਲਣ, ਇਹ ਸੰਭਵ ਹੋ ਸਕਦਾ ਹੈ। ਇਹੀ ਹੈ ਸਮਾਨਤਾ ਦਾ ਸਹੀ ਅਰਥ। ਹਾਂਜੀ, ਪਰਿਭਾਸ਼ਾ 2 ਪਰਿਭਾਸ਼ਾਵਾਂ ਮੈਂ ਐਡ ਕੀਤੀਆਂ ਹਨ। ਪਹਿਲੀ ਪਰਿਭਾਸ਼ਾ ਲਾਸਕੀ ਦੀ,
दूसरी भी दोनों लास्की ਦੀਆਂ परिभाषावां ने समानता ਦੇ ਬਾਰੇ ਦੇ ਵਿੱਚ। ਲਾਸਕੀ ਕੀ ਕਹਿੰਦਾ ਹੈ, ਨਾਗਰਿਕ ਹੋਣ ਦੇ ਨਾਤੇ ਜੋ ਅਧਿਕਾਰ ਦੂਜੇ ਵਿਅਕਤੀ ਨੂੰ ਮਿਲੇ ਹਨ ਉਸੇ ਹੀ ਰੂਪ ਵਿੱਚ ਉਸੇ ਹੀ ਹੱਦ ਤੱਕ ਉਹ ਅਧਿਕਾਰ ਮੈਨੂੰ ਵੀ ਮਿਲਣੇ ਚਾਹੀਦੇ ਹਨ। ਅਰਥਾਤ ਸਾਰੇ ਨਾਗਰਿਕਾਂ ਨੂੰ ਉਹ ਅਧਿਕਾਰ ਇੱਕੋ ਜਿਹੇ ਮਿਲੇ ਹੋਣ, ਵੀ ਕਿਸੇ ਦੂਜੇ ਨੂੰ ਮਿਲੇ ਹੈ ਉਨੇ ਹੀ ਅਧਿਕਾਰ ਤੇ ਉਨੇ ਹੀ ਹੱਦ ਤੱਕ ਮੈਨੂੰ ਵੀ ਮਿਲੇ ਹੋਣ, ਜਿਹਦੇ ਅਰਥਾਤ ਸਾਰਿਆਂ ਨੂੰ ਇੱਕੋ ਹੱਦ ਤੱਕ ਇੱਕੋ ਜਿਹੇ ਅਧਿਕਾਰ ਮਿਲੇ ਹੋਣੇ ਚਾਹੀਦੇ ਹਨ। ਸਮਾਨਤਾ ਦਾ ਪਹਿਲਾ ਅਰਥ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੈ ਅਤੇ ਇਸ ਦਾ ਦੂਜਾ ਅਰਥ ਸਾਰੇ ਲੋਕਾਂ ਨੂੰ ਵਿਕਾਸ ਕਰਨ ਲਈ ਯੋਗ ਅਵਸਰ ਪ੍ਰਾਪਤ ਹੋਣੇ ਹਨ। ਦੂਜੀ ਪਰਿਭਾਸ਼ਾ ਦੇ ਵਿੱਚ ਲਾਸਕੀ ਕੀ ਕਹਿੰਦਾ ਹੈ, ਸਮਾਨਤਾ ਦਾ ਪਹਿਲਾ ਅਰਥ ਹੈ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ, ਅਰਥਾਤ ਕਿਸੇ ਵਰਗ ਨੂੰ ਕੋਈ ਖਾਸ ਅਧਿਕਾਰ ਨਾ ਦਿੱਤੇ ਗਏ ਹੋਣ ਕਿ ਉਹ ਉਸ ਵਰਗ ਲਈ ਹੈ ਬਾਕੀਆਂ ਲਈ ਉਹ ਹੈ ਨਹੀਂ, ਅਜਿਹਾ ਨਹੀਂ ਹੋਣਾ ਚਾਹੀਦਾ, ਬਲਕਿ ਸਾਰਿਆਂ ਨੂੰ ਇੱਕੋ ਜਿਹੇ ਹੀ ਅਧਿਕਾਰ ਹੋਣੇ ਚਾਹੀਦੇ ਹਨ। ਤੇ ਦੂਜਾ ਅਰਥ ਕੀ ਹੈ, ਸਾਰੇ ਲੋਕਾਂ ਨੂੰ ਵਿਕਾਸ ਕਰਨ ਲਈ ਯੋਗ ਅਵਸਰ ਪ੍ਰਾਪਤ ਹੋਣ, ਕਿਸੇ ਖਾਸ ਵਰਗ ਨੂੰ ਜ਼ਿਆਦਾ ਮੌਕੇ ਨਹੀਂ ਦੇਣਗੇ ਜਾਂ ਕਿਸੇ ਖਾਸ ਵਰਗ ਨੂੰ ਮੌਕਿਆਂ ਤੋਂ ਵੰਚਿਤ ਨਹੀਂ ਕਰਨਾਗਾ, ਸਾਰਿਆਂ ਨੂੰ ਇੱਕੋ ਜਿਹੇ ਅਵਸਰ ਪ੍ਰਾਪਤ ਹੋਣੇ ਚਾਹੀਦੇ ਹਨ। ਇਹ ਹੈ ਲਾਸਕੀ ਦੀਆਂ ਸਮਾਨਤਾਵਾਂ ਬਾਰੇ ਪਰਿਭਾਸ਼ਾਵਾਂ। ਸਮਾਨਤਾ ਦੇ ਦੋ ਪੱਖ, ਤੁਹਾਨੂੰ ਇਹ ਛੋਟਾ ਕੁਐਸਚਨ ਵੀ ਆ ਸਕਦਾ ਕਿ ਸਮਾਨਤਾ ਦੇ ਦੋ ਪੱਖ ਦੱਸੋ, ਅਤੇ 4 ਨੰਬਰ ਦਾ ਵੀ ਕੁਐਸਚਨ ਆ ਸਕਦਾ ਕਿ ਸਮਾਨਤਾ ਦਾ ਆਹ ਪੱਖ ਦੱਸੋ ਜਾਂ ਦੂਸਰਾ ਪੱਖ ਦੱਸੋ, ਦੋਨਾਂ ਪੱਖਾਂ ਬਾਰੇ ਪੁੱਛ ਸਕਦੇ ਆ। ਤਾਂ ਅਸੀਂ ਦੋਨਾਂ ਨੂੰ ਅਲੱਗ-ਅਲੱਗ ਪੜ੍ਹਦੇ ਹਾਂ, 2 ਨੰਬਰ 'ਚ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ, 4 ਨੰਬਰ 'ਚ ਵੀ ਅਲੱਗ-ਅਲੱਗ ਪੁੱਛ ਸਕਦੇ ਆ। ਤਾਂ ਅਸੀਂ ਪੜ੍ਹਦੇ ਹਾਂ ਸਮਾਨਤਾ ਦੇ ਦੋ ਪੱਖ। ਸਮਾਨਤਾ ਦਾ ਪਹਿਲਾ ਪੱਖ ਹੈ ਜੀ ਨਕਾਰਾਤਮਕ ਪੱਖ, ਨੈਗੇਟਿਵ ਐਸਪੈਕਟ। ਕੀ ਕਹਿੰਦਾ ਨੈਗੇਟਿਵ ਐਸਪੈਕਟ? ਸਮਾਨਤਾ ਦੇ ਨਕਾਰਾਤਮਕ ਪੱਖ ਦਾ ਦੂਜਾ ਨਾਮ ਕੁਦਰਤੀ ਸਮਾਨਤਾ ਹੈ। ਜਿਹੜੀ ਆਪਾਂ ਪਿੱਛੇ ਪੜ੍ਹ ਕੇ ਆਏ ਨਾ, ਕੁਦਰਤੀ ਸਮਾਨਤਾ ਜਿਹੜੀ ਸੰਭਵ ਨਹੀਂ ਹੋ ਸਕਦੀ, ਉਹ ਉਸੇ ਨੂੰ ਨਕਾਰਾਤਮਕ ਸਮਾਨਤਾ ਕਹਿੰਦੇ ਆ। ਇਹਨੂੰ ਕੁਦਰਤੀ ਸਮਾਨਤਾ ਵੀ ਕਹਿੰਦੇ ਆ। ਇਹ ਵੀ ਇੱਕ ਛੋਟਾ ਕੁਐਸਚਨ ਪੁੱਛ ਸਕਦੇ ਤੁਹਾਨੂੰ, ਨਕਾਰਾਤਮਕ ਪੱਖ ਹੈ ਜਿਹੜਾ ਉਹਨੂੰ ਕੁਦਰਤੀ ਸਮਾਨਤਾ ਵੀ ਕਹਿੰਦੇ ਆ। ਇਹ ਬਿਲਕੁਲ ਠੀਕ ਹੈ। ਇਹ ਕਹਿਣਾ ਕਿ ਕੁਦਰਤ ਨੇ ਸਾਰੇ ਵਿਅਕਤੀ ਸਮਾਨ ਪੈਦਾ ਕੀਤੇ ਹਨ, ਉਹਨਾਂ ਦੀਆਂ ਰੁਚੀਆਂ, ਮਨੋਵ੍ਰਿਤੀਆਂ, ਬੁੱਧੀ, ਅੰਕ ਆਦਿ ਵਿੱਚ ਕੋਈ ਭਿੰਨਤਾਵਾਂ ਨਹੀਂ ਹਨ। ਇਸ ਤਰ੍ਹਾਂ ਦੀ ਸਮਾਨਤਾ ਨਕਾਰਾਤਮਕ ਰੂਪ ਦੀ ਹੁੰਦੀ ਹੈ, ਕਿਉਂਕਿ ਸਮਾਨਤਾ ਦਾ ਇਹ ਪੱਖ ਵਿਹਾਰ ਵਿੱਚ ਸੰਭਵ ਹੀ ਨਹੀਂ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਾਰਿਆਂ ਦੀਆਂ ਜਿਹੜੀਆਂ ਯੋਗਤਾਵਾਂ ਨੇ, ਸਾਰਿਆਂ ਦੀਆਂ ਰੁਚੀਆਂ ਨੇ, ਬੁੱਧੀ, ਅੰਕ ਹੈ, ਮਨੋਵ੍ਰਿਤੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਗੀਆਂ। ਜਦ ਕੁਦਰਤ ਵੱਲੋਂ ਹੀ ਫਰਕ ਪਾ ਕੇ ਭੇਜਿਆ ਗਿਆ, ਕੁਦਰਤ ਵੱਲੋਂ ਹੀ ਬਿਲਕੁਲ ਇੱਕੋ ਜਿਹੀਆਂ ਨਹੀਂ ਹਨ, ਤਾਂ ਅਸੀਂ ਕੌਣ ਆ ਕਿ ਸਾਰਿਆਂ ਨੂੰ ਬਰਾਬਰ ਕਰ ਦਈਏ ਜਾਂ ਇੱਕੋ ਜਿਹਾ ਕਰ ਦਈਏ? ਇਸ ਲਈ ਇਹ ਸੰਭਵ ਹੀ ਨਹੀਂ ਹੈ। ਇੱਕ ਮਹਾਨ ਗੁਣਵਾਨ ਵਿਅਕਤੀ ਨੂੰ ਇੱਕ ਆਮ ਵਿਅਕਤੀ ਦੇ ਸਮਾਨ ਸਮਝਣਾ ਸਮਾਨਤਾ ਦਾ ਸਾਰਾਂਸ਼ ਨਹੀਂ ਹੈ, ਕਿਉਂਕਿ ਸਾਰੇ ਸਮਾਜ ਵਿੱਚ ਵੀ ਇਹ ਸੰਭਵ ਨਹੀਂ ਹੈ ਕਿ ਸਾਰਿਆਂ ਨੂੰ ਸਮਾਨ ਸਹੂਲਤਾਂ, ਸਮਾਨ ਵੇਤਨ, ਸਮਾਨ ਅਵਸਰ ਦਿੱਤੇ ਜਾ ਸਕਣ। ਇਸ ਤਰ੍ਹਾਂ ਦੀ ਸਮਾਨਤਾ ਸਾਮਵਾਦੀ ਦੇਸ਼ ਵੀ ਨਹੀਂ ਦੇ ਸਕੇ ਜੋ ਸਮਾਨਤਾ ਨੂੰ ਆਪਣਾ ਮਹੱਤਵਪੂਰਨ ਉਦੇਸ਼ ਮੰਨਦੇ ਹਨ। ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝ ਲਓ, ਨੈਗੇਟਿਵ ਐਸਪੈਕਟ ਹੈ, ਪ੍ਰੈਕਟੀਕਲੀ ਇਹ ਲਾਗੂ ਨਹੀਂ ਹੋ ਸਕਦਾ ਗਾ, ਸੰਭਵ ਨਹੀਂ ਹੋ ਸਕਦਾ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਸਮਾਨਤਾ ਦੀ ਸਥਾਪਨਾ ਕਰਨੀ। ਕਿਸ ਤਰ੍ਹਾਂ ਦੀ ਸਮਾਨਤਾ? ਜਿਹਦੇ 'ਚ ਸਾਰਿਆਂ ਨੂੰ ਬਿਲਕੁਲ ਬਰਾਬਰਤਾ ਹੋਵੇ, ਕਿਉਂਕਿ ਕੁਦਰਤ ਵੱਲੋਂ ਸਾਰੇ ਬਰਾਬਰ ਬਣਾਏ ਹੀ ਨਹੀਂ ਗਏ ਹਨ। ਉਹਨਾਂ ਦੇ ਬੁੱਧੀ ਅੰਕ ਦੇ ਵਿੱਚ, ਉਹਨਾਂ ਦੀਆਂ ਮਨੋਵ੍ਰਿਤੀਆਂ ਦੇ ਵਿੱਚ ਅੰਤਰ ਹੈ। ਤਾਂ ਇਸ ਲਈ ਸਾਰਿਆਂ ਨੂੰ ਇੱਕੋ ਜਿਹੀਆਂ ਸਹੂਲਤਾਂ ਦੇਣੀਆਂ, ਇੱਕੋ ਜਿਹਾ ਵੇਤਨ ਦੇਣਾ, ਇੱਕੋ ਜਿਹੇ ਅਵਸਰ ਦੇਣੇ ਸੰਭਵ ਨਹੀਂ ਹੋ ਸਕਦੇਗੇ। ਹਾਂ, ਬੇਸਿਕਲੀ ਅਧਿਕਾਰਾਂ ਦੀ ਜਿਹੜੀ ਇੱਕੋ ਜਿਹੇ ਮਿਲਣੇ ਚਾਹੀਦੇ ਆ, ਉਹ ਆਪਾਂ ਅੱਗੇ ਪੜ੍ਹਾਂਗੇ ਸਕਾਰਾਤਮਕ ਸਮਾਨਤਾ ਦੇ ਵਿੱਚ। ਪਰ ਨਕਾਰਾਤਮਕ ਸਮਾਨਤਾ ਜਿਹੜੀ ਆ ਉਹ ਪ੍ਰੈਕਟੀਕਲੀ ਲਾਗੂ ਨਹੀਂ ਹੋ ਸਕਦੀ ਜਾਂ ਸਮਾਜ ਦੇ ਵਿੱਚ ਸੰਭਵ ਨਹੀਂ ਹੋ ਸਕਦੀ। ਅਗਲਾ ਪੱਖ ਹੈ ਸਕਾਰਾਤਮਕ ਪੱਖ, ਜਿਹੜਾ ਅੱਜ ਲਾਗੂ ਆ, ਜਿਸ ਤਰ੍ਹਾਂ ਦੀ ਸਮਾਨਤਾ ਅੱਜ ਦੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਪਾਈ ਜਾਂਦੀ ਹੈ। ਸਕਾਰਾਤਮਕ ਪੱਖ, ਸਮਾਨਤਾ ਦੇ ਸਕਾਰਾਤਮਕ ਪੱਖ ਦਾ ਭਾਵ ਇਹ ਹੈ ਕਿ ਹਰ ਤਰ੍ਹਾਂ ਦੇ ਯੋਗ ਵਿਅਕਤੀ ਨੂੰ ਸਮਾਨ ਅਵਸਰ ਉਪਲਬਧ ਹੋਣ। ਮਤਲਬ ਜਿਸ ਵਿਅਕਤੀ ਦੇ ਵਿੱਚ ਜਿੰਨੀ ਯੋਗਤਾ ਹੈ, ਆਪਣੀ ਯੋਗਤਾ ਨੂੰ ਰਿਲਾਈਜ਼ ਕਰ ਸਕੇ, ਆਪਣੀ ਯੋਗਤਾ ਦੇ ਅਨੁਸਾਰ ਕੰਮ ਕਰ ਸਕੇ, ਯੋਗਤਾ ਦੇ ਅਨੁਸਾਰ ਉਸ ਨੂੰ ਜਿਹੜਾ ਹੈਗਾ ਸਨਮਾਨ, ਉਸ ਨੂੰ ਵੇਤਨ, ਉਹਨੂੰ ਕੰਮ ਮਿਲ ਸਕੇ। ਤਾਂ ਜੋ ਹਰ ਯੋਗ ਵਿਅਕਤੀ ਨੂੰ ਸਮਾਨ ਅਵਸਰ ਉਪਲਬਧ ਹੋਣ। ਕਿਸੇ ਵਿਅਕਤੀ ਜਾਂ ਵਿਅਕਤੀਆਂ ਦੀ ਸ਼੍ਰੇਣੀ ਜਾਂ ਵਰਗ ਨਾਲ ਧਰਮ, ਜਾਤੀ, ਨਸਲ, ਰੰਗ, ਖੇਤਰ, ਲਿੰਗ ਆਧਾਰ ਤੇ ਵਿਤਕਰਾ ਨਾ ਹੋਣਾ ਸਮਾਨਤਾ ਦੇ ਸਕਾਰਾਤਮਕ ਪੱਖ ਦਾ ਨਿਚੋੜ ਹੈ। ਇਸ ਦੇ ਨਾਲ ਹੀ ਸਕਾਰਾਤਮਕ ਪੱਖ ਇਸ ਗੱਲ ਤੇ ਵੀ ਜ਼ੋਰ ਦਿੰਦਾ ਹੈ ਕਿ ਕਿਸੇ ਵਰਗ ਜਾਂ ਸ਼੍ਰੇਣੀ ਲਈ ਵਿਸ਼ੇਸ਼ ਅਧਿਕਾਰਾਂ ਦੀ ਵਿਵਸਥਾ ਨਹੀਂ ਹੋਣੀ ਚਾਹੀਦੀ। ਦੋ ਗੱਲਾਂ ਨੇ, ਇੱਕ ਤਾਂ ਕਿਸੇ ਨੂੰ ਅਧਿਕਾਰਾਂ ਤੋਂ ਵੰਚਿਤ ਨਹੀਂ ਕਰਨਾਗਾ, ਤੇ ਦੂਜਾ ਕਿਸੇ ਵਰਗ ਨੂੰ ਵਿਸ਼ੇਸ਼ ਅਧਿਕਾਰ ਦੇਣੇ ਨਹੀਂਗੇ। ਸਮਾਨਤਾ ਦਾ ਸਭ ਤੋਂ ਪਹਿਲਾਂ ਨਾਅਰਾ ਲਾਉਣ ਵਾਲੇ ਫਰਾਂਸੀਸੀ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਸੁਤੰਤਰਤਾ, ਸਮਾਨਤਾ ਤੇ ਭਰਾਤਰੀ ਭਾਵ ਨੂੰ ਲੋਕਤੰਤਰ ਦੇ ਥੰਮ ਮੰਨਿਆ ਸੀ। ਹਰੇਕ ਲੋਕਤੰਤਰੀ ਸਮਾਜ ਨੂੰ ਵੀ ਸਕਾਰਾਤਮਕ ਸਮਾਨਤਾ ਹੀ ਦਿੱਤੀ ਜਾਂਦੀ ਹੈ, ਕਿਉਂਕਿ ਇਸ ਤਰ੍ਹਾਂ ਦੀ ਸਮਾਨਤਾ ਇਸ ਸੱਭਿਅਕ ਸਮਾਜ ਵਿੱਚ ਸੰਭਵ ਹੋ ਸਕਦੀ ਹੈ, ਕਿਉਂਕਿ ਸਾਰਿਆਂ ਨੂੰ ਗਧੇ ਅਤੇ ਘੋੜੇ ਨੂੰ ਇੱਕ ਮੁੱਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਦੇ ਗੁਣਾਂ ਦੇ ਵਿੱਚ ਅੰਤਰ ਹੈ। ਇਸ ਲਈ ਜਿਸ ਵਿਅਕਤੀ ਦੇ ਵਿੱਚ ਗੁਣ ਜ਼ਿਆਦਾ ਹਨ, ਉਸ ਨੂੰ ਜ਼ਿਆਦਾ ਵੇਤਨ, ਜ਼ਿਆਦਾ ਮਾਣ ਸਨਮਾਨ, ਜ਼ਿਆਦਾ ਮੌਕੇ ਮਿਲਣਗੇ, ਜਿਸ ਦੇ ਦੂਜਿਆਂ ਦੇ ਮੁਕਾਬਲੇ ਜਿਨ੍ਹਾਂ ਕੋਲ ਗੁਣ ਘੱਟ ਹਨ। ਜਾਂ ਜਿਹੜਾ ਵਿਅਕਤੀ ਜ਼ਿਆਦਾ ਮਿਹਨਤ ਕਰਦਾ ਹੈ,
ਆਪਦੀਆਂ ਯੋਗਤਾਵਾਂ ਨੂੰ ਵਿਕਸਿਤ ਕਰਦਾ ਹੈ, ਉਹਨੂੰ ਵੱਧ ਮੌਕੇ ਮਿਲਣਗੇ, ਵੱਧ ਵੇਤਨ ਮਿਲੇਗਾ, ਵੱਧ ਫਾਇਦਾ ਹੋਵੇਗਾ ਦੂਜਿਆਂ ਦੇ ਮੁਕਾਬਲੇ ਜੋ ਉਨੀ ਮਿਹਨਤ ਨਹੀਂ ਕਰਦੇ ਹਨ। ਇਸ ਲਈ ਇਹ ਜਿਹੜਾ ਕੁਦਰਤੀ ਅੰਤਰ ਹੈ ਇਹ ਤਾਂ ਰਹੇਗਾ, ਪਰ ਕਿਸੇ ਉੱਤੇ ਜਿਹੜਾ ਗੈਰ ਕੁਦਰਤੀ ਜਿਹੜਾ ਰੋਕ ਨਹੀਂ ਲਾਉਣੀ ਚਾਹੀਦੀ ਕਿ ਉਹ ਆਪਣੇ ਆਪ ਨੂੰ ਵਿਕਸਿਤ ਹੀ ਨਾ ਕਰ ਸਕੇ। ਇਸ ਲਈ ਸਮਾਨਤਾ ਦਾ ਇਹ ਸਕਾਰਾਤਮਕ ਪੱਖ ਹੈ, ਇਹੀ ਅੱਜ ਲਾਗੂ ਹੈ। ਇਸ ਤੋਂ ਬਾਅਦ ਹੈ ਜੀ ਸਮਾਨਤਾ ਦੀਆਂ ਵਿਸ਼ੇਸ਼ਤਾਵਾਂ। ਸਮਾਨਤਾ ਦਾ ਜਿਹੜਾ ਪਹਿਲਾ ਵਿਸ਼ੇਸ਼ਤਾ ਹੈ ਸਮਾਨਤਾ, ਸਮਾਨ ਅਧਿਕਾਰਾਂ ਦੀ ਵਿਵਸਥਾ। ਜਿਹੜੇ ਅਧਿਕਾਰ ਹਨ ਸਾਰੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਨਾਗਰਿਕਾਂ ਨੂੰ ਉੱਥੋਂ ਦੀਆਂ ਸਰਕਾਰਾਂ ਜਾਂ ਸ਼ਾਸਨ ਪ੍ਰਕਿਰਿਆ ਦੁਆਰਾ ਕੁਝ ਅਧਿਕਾਰ ਦਿੱਤੇ ਗਏ ਆ, ਤਾਂ ਉਹ ਅਧਿਕਾਰ ਸਾਰਿਆਂ ਨੂੰ ਇੱਕੋ ਜਿਹੇ ਮਿਲੇ ਹੋਣੇ ਚਾਹੀਦੇ ਆ। ਸਮਾਨਤਾ ਦਾ ਸਿਧਾਂਤ ਮੰਗ ਕਰਦਾ ਹੈ ਕਿ ਅਧਿਕਾਰਾਂ ਦੀ ਵਿਵਸਥਾ ਸਾਰਿਆਂ ਲਈ ਸਮਾਨ ਰੂਪ ਵਿੱਚ ਹੋਣੀ ਚਾਹੀਦੀ ਹੈ। ਇਸ ਸੰਬੰਧੀ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾ ਸਕਦਾ। ਕਿਸੇ ਵਰਗ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦੇਣੇ ਜਾਂ ਕਿਸੇ ਵਰਗ ਨੂੰ ਅਧਿਕਾਰਾਂ ਤੋਂ ਵੰਚਿਤ ਕਰਨਾ ਜਾਂ ਧਰਮ, ਜਾਤ, ਨਸਲ, ਲਿੰਗ ਆਦਿ ਦੇ ਆਧਾਰ ਤੇ ਅਧਿਕਾਰ ਦੇਣ ਸੰਬੰਧੀ ਵਿਤਕਰਾ ਕਰਨਾ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਹੈ। ਇਹਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਜਿਹੜੇ ਅਧਿਕਾਰ ਨੇ ਲੋਕਤੰਤਰੀ ਦੇਸ਼ਾਂ ਦੇ ਵਿੱਚ ਨਾਗਰਿਕਾਂ ਨੂੰ ਪ੍ਰਦਾਨ ਕੀਤੇ ਜਾਂਦੇ ਨੇ ਉਹ ਸਾਰੇ ਨਾਗਰਿਕਾਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਨੇ, ਨਾ ਕਿਸੇ ਵਰਗ ਨੂੰ ਵੱਧ ਦੇਣੇ ਨੇ, ਖਾਸ ਅਧਿਕਾਰ ਦੇਣੇ ਨੇ, ਨਾ ਕਿਸੇ ਵਰਗ ਨੂੰ ਉਹਨਾਂ ਅਧਿਕਾਰਾਂ ਤੋਂ ਵੰਚਿਤ ਰੱਖਣਾ ਹੈ। ਅਗਲਾ ਪੁਆਇੰਟ ਪੜ੍ਹਦੇ ਹਾਂ ਜੀ, ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ। ਅਸੀਂ ਪਿਛਲੇ ਪੁਆਇੰਟ ਦੇ ਵਿੱਚ ਵੀ ਇਸ ਨੂੰ ਡਿਸਕਸ ਕਰ ਚੁੱਕੇ ਹਾਂ, ਫਿਰ ਤੋਂ ਇੱਥੇ ਅਲੱਗ ਤੋਂ ਪੁਆਇੰਟ ਦੇ ਵਿੱਚ ਪੜ੍ਹ ਲੈਂਦੇ ਹਾਂ ਕਿ ਸਮਾਨਤਾ ਦਾ ਸਿਧਾਂਤ ਇਸ ਵਿਵਸਥਾ ਦੀ ਸੱਚਾਈ 'ਤੇ ਆਧਾਰਿਤ ਹੈ ਕਿ ਕਿਸੇ ਵੀ ਵਿਅਕਤੀ ਨੂੰ ਜਾਂ ਵਿਅਕਤੀਆਂ ਦੇ ਵਰਗ ਨੂੰ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾ ਸਕਦੇ। ਪੁਰਾਣੇ ਸਮਿਆਂ ਵਿੱਚ ਲੋਕਤੰਤਰੀ ਦੇਸ਼ਾਂ ਜਿਵੇਂ ਇੰਗਲੈਂਡ, ਅਮਰੀਕਾ ਵਿੱਚ ਵੀ ਅਧਿਕਾਰ ਕੁਝ ਲੋਕਾਂ ਤੱਕ ਹੀ ਸੀਮਤ ਸਨ। ਕਾਲੇ ਲੋਕਾਂ ਨੂੰ ਅਧਿਕਾਰ ਘੱਟ ਦਿੱਤੇ ਜਾਂਦੇ ਸਨ। ਇਸੇ ਤਰ੍ਹਾਂ ਇਸਤਰੀਆਂ ਲਈ ਵੀ ਪੁਰਸ਼ਾਂ ਦੇ ਬਰਾਬਰ ਅਧਿਕਾਰਾਂ ਦੀ ਵਿਵਸਥਾ ਨਹੀਂ ਸੀ। ਰੰਗ ਜਾਂ ਲਿੰਗ ਦੇ ਆਧਾਰ ਤੇ ਅਧਿਕਾਰ ਦੇਣ ਸੰਬੰਧੀ ਭੇਦਭਾਵ ਕਰਨਾ ਸਮਾਨਤਾ ਦੇ ਸਿਧਾਂਤ ਦੇ ਉਲਟ ਹੈ। ਵੈਸੇ ਸਮਾਨਤਾ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਕਿਸੇ ਨੂੰ ਵਿਸ਼ੇਸ਼ ਅਧਿਕਾਰ ਨਹੀਂ ਦੇਣਗੇ ਜਾਂ ਕਿਸੇ ਨੂੰ ਅਧਿਕਾਰਾਂ ਤੋਂ ਵੰਚਿਤ ਨਹੀਂ ਕਰਨਾਗਾ, ਪਰ ਪੁਰਾਣੇ ਸਮਿਆਂ ਦੇ ਵਿੱਚ ਇਹ ਹੁੰਦਾ ਰਿਹਾ ਹੈ। ਈਵਨ ਕਿ ਜਿਹੜੇ ਲੋਕਤੰਤਰ ਦੇ ਮੁੱਢ ਮੰਨੇ ਜਾਂਦੇ ਆ ਇੰਗਲੈਂਡ, ਅਮਰੀਕਾ, ਉੱਥੇ ਵੀ ਇਹ ਕੰਮ ਹੁੰਦਾ ਰਿਹਾ ਹੈ। ਕਾਲੇ ਲੋਕਾਂ ਨੂੰ ਗੋਰੇ ਲੋਕਾਂ ਦੇ ਮੁਕਾਬਲੇ ਅਧਿਕਾਰਾਂ ਦੀ ਜਿਹੜੀ ਅਣਹੋਂਦ ਸੀ, ਕਾਲੇ ਲੋਕਾਂ ਨੂੰ ਗੋਰੇ ਲੋਕਾਂ ਦੇ ਮੁਕਾਬਲੇ ਅਧਿਕਾਰ ਘੱਟ ਦਿੱਤੇ ਜਾਂਦੇ ਸੀ, ਉਹਨਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਰੰਗ ਦੇ ਆਧਾਰ ਦੇ ਉੱਤੇ। ਇਸ ਤੋਂ ਇਲਾਵਾ ਅਸੀਂ ਹੋਰ ਦੇਸ਼ਾਂ ਵਿੱਚ ਵੀ ਦੇਖੀਏ, ਆਪਣੇ ਦੇਸ਼ ਦੇ ਵਿੱਚ ਵੀ ਦੇਖੀਏ ਤਾਂ ਪੁਰਾਣੇ ਸਮਿਆਂ ਦੇ ਵਿੱਚ ਜਾਤ ਦੇ ਆਧਾਰ ਤੇ, ਨਸਲ ਦੇ ਆਧਾਰ ਤੇ, ਰੰਗ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਵਿਤਕਰਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਕੀਤਾ ਜਾਂਦਾ ਸੀ। ਅੱਜ ਦੇ ਯੁੱਗ ਵਿੱਚ ਇਹਦੀ ਕਾਫੀ ਅਣਹੋਂਦ ਪਾਈ ਜਾਂਦੀ ਹੈ ਕਿ ਅਧਿਕਾਰ ਸਭ ਨੂੰ ਬਰਾਬਰ ਮਿਲੇ ਹੋਏ ਸੰਵਿਧਾਨ ਦੁਆਰਾ, ਪਰ ਫਿਰ ਕਿਤੇ ਨਾ ਕਿਤੇ ਸਾਨੂੰ ਰੰਗ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਕੁਛ ਨਾ ਕੁਝ ਜਾਤ ਦੇ ਆਧਾਰ ਦੇ ਉੱਤੇ ਫਰਕ ਦੇਖਣ ਨੂੰ ਮਿਲ ਜਾਂਦਾ। ਅਜਿਹਾ ਨਹੀਂ ਹੋਣਾ ਚਾਹੀਦਾ। ਇਹ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਹੈ ਜਾਂ ਸਮਾਨਤਾ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ ਹੈ ਇਹ ਗੱਲ। ਅਗਲਾ ਪੁਆਇੰਟ ਆ ਗਿਆ ਜੀ ਸਮਾਨ ਅਵਸਰਾਂ ਦੀ ਵਿਵਸਥਾ। ਸਮਾਨ ਅਵਸਰ, ਮੌਕੇ, ਓਪਰਚੁਨਿਟੀਜ਼। ਹਰੇਕ ਲੋਕਤੰਤਰੀ ਰਾਜ ਵਿੱਚ ਸਾਰੇ ਯੋਗ ਵਿਅਕਤੀਆਂ ਲਈ ਅਵਸਰਾਂ ਦੀ ਸਮਾਨਤਾ ਦੀ ਵਿਵਸਥਾ ਹੋਣੀ ਜ਼ਰੂਰੀ ਹੈ। ਕਿਸੇ ਵੀ ਆਧਾਰ ਤੇ ਕਿਸੇ ਵਿਸ਼ੇਸ਼ ਵਰਗ ਦੇ ਵਿਅਕਤੀਆਂ ਲਈ ਜਾਂ ਸ਼੍ਰੇਣੀ ਲਈ ਅਵਸਰਾਂ ਦੀ ਵਿਵਸਥਾ ਕਰਨੀ ਜਾਂ ਕਿਸੇ ਵਰਗ ਨੂੰ ਉਹਨਾਂ ਅਵਸਰਾਂ ਤੋਂ ਦੂਰ ਰੱਖਣ ਦੀ ਵਿਵਸਥਾ ਕਰਨੀ ਸਮਾਨਤਾ ਦੇ ਅਧਿਕਾਰ ਦੀ ਸਪਸ਼ਟ ਉਲੰਘਣਾ ਹੈ। ਅਵਸਰਾਂ ਦੀ ਸਮਾਨਤਾ ਲਈ ਕੋਈ ਯੋਗਤਾਵਾਂ ਤਾਂ ਨਿਸ਼ਚਿਤ ਕੀਤੀਆਂ ਜਾ ਸਕਦੀਆਂ ਹਨ, ਪਰ ਧਰਮ, ਜਾਤੀ, ਲਿੰਗ, ਨਸਲ, ਖੇਤਰ, ਰੰਗ, ਸਮਾਜਿਕ, ਆਰਥਿਕ ਰੁਤਬੇ ਦੇ ਆਧਾਰ ਤੇ ਅਵਸਰਾਂ ਦੀ ਵਿਵਸਥਾ ਕੀਤੀ ਜਾਣੀ ਜਾਂ ਕਿਸੇ ਵਰਗ ਨੂੰ ਅਵਸਰਾਂ ਤੋਂ ਵੰਚਿਤ ਕਰਨ ਦੀ ਵਿਵਸਥਾ ਕਰਨੀ ਸਮਾਨਤਾ ਦੇ ਸਿਧਾਂਤ ਦੇ ਬਿਲਕੁਲ ਉਲਟ ਹੈ। ਮੌਕੇ, ਜਿੱਥੇ ਸਾਨੂੰ ਕੋਈ ਰੁਜ਼ਗਾਰ ਲਈ ਮੌਕਾ ਜਾਂ ਆਪਦੇ ਆਪ ਨੂੰ ਵਿਕਸਿਤ ਕਰਨ ਲਈ ਜਿਹੜਾ ਮੌਕਾ ਹੈ, ਉਹ ਮੌਕਿਆਂ ਦੇ ਵਿੱਚ ਕੋਈ ਜਿਹੜੀ ਹੈਗੀ ਹੈ ਵਿਤਕਰਾ ਨਹੀਂ ਹੋਣਾ ਚਾਹੀਦਾ ਗਾ ਕਿਸੇ ਖਾਸ ਵਰਗ ਦੇ ਨਾਲ। ਹਾਂ, ਯੋਗਤਾਵਾਂ ਨਿਸ਼ਚਿਤ ਕੀਤੀਆਂ ਜਾ ਸਕਦੀਆਂ। ਇਹਦਾ ਮਤਲਬ ਇਹ ਨਹੀਂ ਕਿ ਸਭ ਨੂੰ ਪ੍ਰੋਫੈਸਰ ਲੱਗਣ ਦਾ, ਸਭ ਨੂੰ ਡਾਕਟਰ ਲੱਗਣ ਦਾ, ਸਭ ਨੂੰ ਇੰਜੀਨੀਅਰ ਬਣਨ ਦਾ ਅਧਿਕਾਰ ਪ੍ਰਾਪਤ ਹੋ ਜਾਵੇ। ਨਹੀਂ, ਉਹਦੇ ਲਈ ਯੋਗਤਾਵਾਂ ਨਿਸ਼ਚਿਤ ਕੀਤੀਆਂ ਜਾ ਸਕਦੀਆਂ ਕਿ ਇਹ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੈ, ਇਹ ਯੋਗਤਾ, ਇਹ ਡਿਗਰੀ ਜ਼ਰੂਰੀ ਹੈ, ਇਹ ਟੈਸਟ ਦੇਣਾ ਜ਼ਰੂਰੀ ਹੈ, ਇਹ ਇੰਟਰਵਿਊ ਪਾਸ ਕਰਨੀ ਜ਼ਰੂਰੀ ਹੈ, ਇਹ ਤਜਰਬਾ ਹੋਣਾ ਜ਼ਰੂਰੀ ਹੈ। ਪਰ ਹਾਂ, ਰੰਗ, ਨਸਲ, ਜਾਤ, ਧਰਮ, ਇਹਨਾਂ ਆਧਾਰਾਂ ਦੇ ਉੱਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ ਗਾ। ਯੋਗਤਾ ਪੂਰੀ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਬਿਨਾਂ ਕਿਸੇ ਭੇਦਭਾਵ ਤੋਂ ਉਹਨੂੰ ਸਮਾਨ ਅਵਸਰ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਇਹੀ ਸਮਾਨਤਾ ਦਾ ਸਿਧਾਂਤ ਹੈ। ਮੁੱਢਲੀਆਂ ਲੋੜਾਂ ਦੀ ਪੂਰਤੀ। ਸਮਾਨਤਾ ਦਾ ਸਿਧਾਂਤ ਇਹ ਵੀ ਮੰਗ ਕਰਦਾ ਹੈ ਕਿ ਸਮਾਨ ਅਵਸਰਾਂ ਦੀ ਉਪਲਬਧਤਾ ਦੇ ਨਾਲ ਇਹ ਯਤਨ ਵੀ ਹੋਣੇ ਚਾਹੀਦੇ ਹਨ ਕਿ ਸਾਰੇ ਵਿਅਕਤੀਆਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹੋਣ।
ਆਮ ਕਰਕੇ ਰੋਟੀ, ਕੱਪੜਾ ਅਤੇ ਮਕਾਨ ਨੂੰ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਮੰਨਿਆ ਜਾਂਦਾ ਹੈ। ਭਾਵੇਂ ਅਜੋਕੇ ਯੁੱਗ ਵਿੱਚ ਕਈ ਹੋਰ ਲੋੜਾਂ ਨੂੰ ਵੀ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਬਣ ਗਈਆਂ ਹਨ, ਪਰੰਤੂ ਫਿਰ ਵੀ ਇਹਨਾਂ ਉਪਰੋਕਤ ਲੋੜਾਂ ਨੂੰ ਮੁੱਢਲੀਆਂ ਲੋੜਾਂ ਸੰਬੰਧੀ ਪਹਿਲ ਦਿੱਤੀ ਜਾਂਦੀ ਹੈ। ਹੁਣ ਸਭ ਤੋਂ ਪਹਿਲਾਂ ਤਾਂ ਮੁੱਢਲੀਆਂ ਲੋੜਾਂ ਜਿਹੜੀਆਂ ਇੱਕ ਵਿਅਕਤੀ ਨੂੰ, ਮਨੁੱਖ ਨੂੰ, ਇਨਸਾਨ ਨੂੰ ਆਪਣੀ ਜ਼ਿੰਦਗੀ ਨੂੰ ਜਿਉਣ ਲਈ ਜ਼ਰੂਰੀ ਹੁੰਦੀਆਂ ਤਾਂ ਕਿ ਉਹ ਸਨਮਾਨਯੋਗ ਜ਼ਿੰਦਗੀ ਜਿਉ ਸਕੇ। ਉਹਦੇ ਲਈ ਕੀ ਜ਼ਰੂਰੀ ਹੈ? ਬੇਸਿਕਲੀ ਸਾਨੂੰ ਖਾਣ ਨੂੰ ਚਾਹੀਦਾ, ਸਾਡਾ ਪਹਿਨਣ ਨੂੰ ਕੱਪੜਾ ਚਾਹੀਦਾ, ਰਹਿਣ ਨੂੰ ਘਰ ਚਾਹੀਦਾ। ਇਹ ਸਾਡੀਆਂ ਮੁੱਢਲੀਆਂ ਲੋੜਾਂ ਨੇ। ਪਰ ਅੱਜ ਇਹਨਾਂ ਦੇ ਵਿੱਚ ਵਾਧਾ ਹੋ ਗਿਆ, ਕਿਉਂਕਿ ਅੱਜ ਸਿਰਫ ਇਹਨਾਂ ਤਿੰਨਾਂ ਲੋੜਾਂ ਨਾਲ ਹੀ ਨਹੀਂ ਸਰਦਾ। ਸਾਨੂੰ ਆਪਣਾ ਇਲਾਜ ਕਰਾਉਣ ਲਈ ਵੀ ਪੈਸੇ ਚਾਹੀਦੇ ਆ, ਸਾਨੂੰ ਸਕੂਲ ਦੇ ਵਿੱਚ ਸਿੱਖਿਆ ਲੈਣ ਲਈ ਜਾਂ ਬੱਚਿਆਂ ਨੂੰ ਸਿੱਖਿਆ ਦਿਵਾਉਣ ਲਈ ਵੀ ਜਿਹੜੇ ਹੈਗੇ ਜ਼ਰੂਰਤ ਹੈਗੀ ਹੈ ਸਾਡੀ। ਇਸ ਤੋਂ ਇਲਾਵਾ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਮੁੱਢਲੀਆਂ ਲੋੜਾਂ ਸੀ ਉਹ ਵੱਧ ਗਈਆਂ ਹਨ। ਇਸ ਲਈ ਹਰੇਕ ਵਿਅਕਤੀ ਨੂੰ ਇੰਨੇ ਕੁ ਤਾਂ ਅਵਸਰ ਉਪਲਬਧ ਹੋਣੇ ਚਾਹੀਦੇ ਆ ਕਿ ਉਹ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰ ਸਕੇ। ਜੇਕਰ ਆਪਾਂ ਆਪਣੇ ਦੇਸ਼ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਵੱਡਾ ਜਿਹੜਾ ਤਬਕਾ ਹੈ ਉਹਦੀਆਂ ਮੁੱਢਲੀਆਂ ਲੋੜਾਂ ਬੜੀ ਮੁਸ਼ਕਲ ਨਾਲ ਪੂਰੀਆਂ ਹੁੰਦੀਆਂ ਜਾਂ ਪੂਰੀਆਂ ਨਹੀਂ ਹੁੰਦੀਆਂ ਗੀਆਂ। ਤੁਸੀਂ ਦੇਖ ਸਕਦੇ ਹੋ ਸੜਕਾਂ, ਪੁਲਾਂ, ਵਿਹਲੀਆਂ ਥਾਵਾਂ 'ਤੇ ਰਾਤਾਂ ਨੂੰ ਸੌਂਦੇ ਹੋਏ ਲੋਕ, ਜਿਨ੍ਹਾਂ ਕੋਲੇ ਘਰ ਨਹੀਂ ਹੈ, ਮੰਗ ਕੇ ਖਾਂਦੇ ਨੇ, ਪਹਿਨਣ ਲਈ ਕੱਪੜਾ ਨਹੀਂ ਹੈ, ਮੰਗ ਕੇ ਪਾਉਂਦੇ ਨੇ। ਇਸ ਲਈ ਜਿਹੜੀਆਂ ਸਮਾਨਤਾ ਦਾ ਸਿਧਾਂਤ ਆ ਉਹ ਇਹ ਮੰਗ ਕਰਦਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਘੱਟੋ ਘੱਟ ਉਹਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਯੋਗ ਅਵਸਰ ਤਾਂ ਉਪਲਬਧ ਹੋਣੇ ਚਾਹੀਦੇ ਹੈ। ਇਹੀ ਸਮਾਨਤਾ ਦਾ ਜਿਹੜਾ ਸਿਧਾਂਤ ਹੈ। ਇਸ ਤੋਂ ਬਾਅਦ ਆ ਗਿਆ ਜੀ ਅਗਲਾ ਪੁਆਇੰਟ, ਵਰਗ ਵੰਡ ਜਾਂ ਸ਼੍ਰੇਣੀ ਵੰਡ ਦੀ ਅਣਹੋਂਦ। ਸਮਾਨਤਾ ਦਾ ਸਿਧਾਂਤ ਮੰਗ ਕਰਦਾ ਹੈ ਕਿ ਸਮਾਜ ਵਿੱਚ ਵਿਅਕਤੀ ਵੱਖ-ਵੱਖ ਸ਼੍ਰੇਣੀਆਂ ਜਾਂ ਵਰਗਾਂ ਵਿੱਚ ਵੰਡੇ ਨਹੀਂ ਹੋਣੇ ਚਾਹੀਦੇ, ਸਗੋਂ ਉਹਨਾਂ ਵਿੱਚ ਸਮਾਨਤਾ ਦੀ ਭਾਵਨਾ ਅਤੇ ਸਮਾਨਤਾ ਦੇ ਆਧਾਰ 'ਤੇ ਜੀਵਨ ਜਿਉਣ ਲਈ ਹਰ ਤਰ੍ਹਾਂ ਦੇ ਯੋਗ ਅਵਸਰ ਪ੍ਰਾਪਤ ਹੋਣੇ ਚਾਹੀਦੇ ਹਨ। ਸ਼੍ਰੇਣੀ ਰਹਿਤ ਜਾਂ ਵਰਗ ਰਹਿਤ ਸਮਾਜ ਸਾਮਵਾਦ ਦਾ ਸੁਪਨਾ ਸੀ, ਪਰ ਅਜਿਹਾ ਸੁਪਨਾ ਸਾਕਾਰ ਰੂਪ ਵਿੱਚ ਕਿਧਰੇ ਵੀ ਪੂਰਾ ਨਹੀਂ ਹੋਇਆ ਅਤੇ ਨਾ ਹੀ ਇਸ ਦੀ ਕੋਈ ਸੰਭਾਵਨਾ ਹੈ। ਵਰਗਾਂ ਦੇ ਵਿੱਚ ਵੰਡ, ਸਮਾਜਵਾਦ ਕਹਿੰਦਾ ਸੀ, ਮਾਰਕਸਵਾਦ ਕਹਿੰਦਾ ਸੀ ਕਿ ਜਿਹੜੀ ਵਰਗ ਵੰਡ ਹੈ, ਸ਼੍ਰੇਣੀ ਵੰਡ ਹੈ, ਖਤਮ ਹੋਣੀ ਚਾਹੀਦੀ ਹੈ। ਸਮਾਜਵਾਦ, ਕਈ ਦੇਸ਼ਾਂ 'ਚ ਸਮਾਜਵਾਦੀ ਸਰਕਾਰਾਂ ਸਥਾਪਿਤ ਹੋਈਆਂ, ਉੱਥੇ ਵੀ ਨਹੀਂ ਹੋ ਸਕੀ ਹੈ। ਲੋਕਤੰਤਰ ਦੇ ਵਿੱਚ ਵੀ ਵੈਸੇ ਜਿਹੜੀ ਹੈ ਘੱਟੋ ਘੱਟ ਜਿਹੜੀ ਸਮਾਨਤਾ ਜਾਂ ਮੁੱਢਲੀਆਂ ਲੋੜਾਂ ਦੀ ਆਪਾਂ ਗੱਲ ਕੀਤੀ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਬਹੁਤ ਵੱਡਾ ਵਰਗਾਂ ਦੇ ਵਿੱਚ ਪਾੜਾ ਨਹੀਂ ਹੋਣਾ ਚਾਹੀਦਾ, ਬਹੁਤ ਜ਼ਿਆਦਾ ਅਮੀਰੀ ਗਰੀਬੀ ਦਾ ਫਰਕ ਨਹੀਂ ਹੋਣਾ ਚਾਹੀਦਾ ਹੈਗਾ। ਮੁੱਢਲੀਆਂ ਲੋੜਾਂ ਸਭ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਪਰ ਇਹ ਜੇ ਆਪਾਂ ਆਪਣੇ ਦੇਸ਼ ਦੀ ਵੀ ਗੱਲ ਕਰੀਏ ਤਾਂ ਪੂਰਾ ਮੁਲਕ ਵਰਗਾਂ ਦੇ ਵਿੱਚ ਵੰਡਿਆ ਵਾ। ਜਿੱਥੇ ਅਸੀਂ ਜਾਤ ਪਾਤ, ਧਰਮ, ਨਸਲ, ਰੰਗ ਦੇ ਆਧਾਰ 'ਤੇ ਵੰਡੇ ਹੋਏ ਹਾਂ, ਉੱਥੇ ਵਰਗਾਂ ਵਿੱਚ ਵੀ ਵੰਡੇ ਹੋਏ ਹਾਂ। ਅਮੀਰ ਵਰਗ, ਬਹੁਤ ਜ਼ਿਆਦਾ ਅਮੀਰ ਵਰਗ, ਮਿਡਲ ਕਲਾਸ, ਗਰੀਬ ਵਰਗ। ਤਾਂ ਵਰਗਾਂ ਦੀ ਜਿਹੜੀ ਵੰਡ ਹੈ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਹੈ। ਇਸ ਤੋਂ ਬਾਅਦ ਆ ਗਈ ਜੀ ਉਸਾਰੂ ਵਿਤਕਰੇ ਦੀ ਆਗਿਆ। ਵੈਰੀ ਇੰਪੋਰਟੈਂਟ ਕੁਐਸਚਨ ਹੈ ਇਹ, ਬਹੁਤ ਵਾਰ 4 ਜਾਂ 2 ਨੰਬਰ 'ਚ ਵੀ ਤੁਹਾਨੂੰ ਆ ਸਕਦਾ। ਵੈਰੀ ਇੰਪੋਰਟੈਂਟ, ਉਸਾਰੂ ਵਿਤਕਰੇ ਦੀ ਆਗਿਆ 1 ਨੰਬਰ 'ਚ ਵੀ ਪੁੱਛ ਸਕਦੇ ਆ। ਉਸਾਰੂ ਵਿਤਕਰਾ ਕੀ ਹੈ? ਹੁਣ ਆਪਾਂ ਵਿਤਕਰੇ ਦੀ ਤਾਂ ਮਨਾਹੀ ਕਰਦੇ ਆਏ ਹਾਂ ਹੁਣ ਤੱਕ ਕਿ ਵਿਤਕਰਾ ਨਹੀਂ ਹੋਣਾ ਚਾਹੀਦਾ, ਭੇਦਭਾਵ ਨਹੀਂ ਹੋਣਾ ਚਾਹੀਦਾ, ਪਰ ਉਸਾਰੂ ਵਿਤਕਰਾ, ਹੁਣ ਇਹ ਉਸਾਰੂ ਉਹ ਕਿਹੜਾ ਵਿਤਕਰਾ ਜਿਹੜਾ ਹੋਣਾ ਚਾਹੀਦਾ, ਜਿਹਦੀ ਗੱਲ ਕਹਿ ਰਿਹਾ ਸਮਾਨਤਾ ਦੇ ਅੰਦਰ ਵੀ ਉਸਾਰੂ ਵਿਤਕਰੇ ਦੀ ਆਗਿਆ ਹੈ, ਬਾਕੀ ਵਿਤਕਰੇ ਨਹੀਂ ਹੋਣੇ ਚਾਹੀਦੇ। ਤਾਂ ਚੰਗੀ ਤਰ੍ਹਾਂ ਸਮਝ ਲਓ ਕਿ ਉਸਾਰੂ ਵਿਤਕਰਾ ਹੈ ਕੀ, ਜਿਹੜਾ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਨਹੀਂ ਕਰਦਾ ਵਿਤਕਰਾ ਹੋਣ ਦੇ ਬਾਵਜੂਦ ਵੀ। ਤਾਂ ਉਸਾਰੂ ਜਾਂ ਸਕਾਰਾਤਮਕ ਵਿਤਕਰੇ ਤੋਂ ਭਾਵ ਅਜਿਹਾ ਵਿਤਕਰਾ ਹੈ ਜੋ ਕਮਜ਼ੋਰ ਸ਼੍ਰੇਣੀਆਂ ਦੇ ਲੋਕਾਂ ਨੂੰ ਉੱਚਾ ਚੁੱਕਣ ਲਈ ਕੀਤਾ ਜਾਂਦਾ ਹੈ। ਸਾਡੇ ਦੇਸ਼ ਵਿੱਚ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਪਛੜੀਆਂ ਸ਼੍ਰੇਣੀਆਂ, ਇਸਤਰੀਆਂ ਆਦਿ ਲਈ ਕਈ ਤਰ੍ਹਾਂ ਦੇ ਰਾਖਵੇਂਕਰਨ ਦੀ ਵਿਵਸਥਾ ਕੀਤੀ ਜਾਂਦੀ ਹੈ। ਅਜਿਹੇ ਰਾਖਵੇਂਕਰਨ ਦੀ ਵਿਵਸਥਾ ਨਿਰਸੰਕੋਚ ਸਮਾਨਤਾ ਦੇ ਸਿਧਾਂਤ ਦੇ ਵਿਰੁੱਧ ਹੈ, ਪਰ ਇਹ ਵਿਤਕਰਾ ਕਮਜ਼ੋਰ ਸ਼੍ਰੇਣੀਆਂ ਦੇ ਲੋਕਾਂ ਨੂੰ ਵਿਕਸਿਤ ਹੋਣ ਲਈ ਵਿਸ਼ੇਸ਼ ਸਹੂਲਤਾਂ ਦੇਣ ਲਈ ਕੀਤਾ ਜਾਂਦਾ ਹੈ, ਤਾਂ ਜੋ ਸਦੀਆਂ ਤੋਂ ਚੱਲੇ ਆ ਰਹੇ ਦੱਬੇ ਕੁਚਲੇ ਵਿਅਕਤੀ ਵੀ ਦੂਜਿਆਂ ਵਿਕਸਿਤ ਸ਼੍ਰੇਣੀਆਂ ਦੇ ਲੋਕਾਂ ਵਾਂਗ ਵਿਕਾਸ ਕਰ ਸਕਣ। ਇਸ ਤਰ੍ਹਾਂ ਦੇ ਉਸਾਰੂ ਜਾਂ ਸਕਾਰਾਤਮਕ ਵਿਤਕਰੇ ਦੀ ਵਿਵਸਥਾ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਨਹੀਂ ਮੰਨੀ ਜਾਂਦੀ ਗੀ, ਕਿਉਂਕਿ ਜਦੋਂ ਤੁਸੀਂ ਪੂਰਾ ਲੈਸਨ ਪੜ੍ਹਿਆ ਹੈ ਤਾਂ ਉਹਦੇ ਵਿੱਚ ਤੁਹਾਡੇ ਦਿਮਾਗ 'ਚ ਇਹ ਗੱਲ ਆਉਣੀ ਚਾਹੀਦੀ ਸੀ ਕਿ ਤੁਸੀਂ ਕਦੇ ਇਹ ਨਹੀਂ ਸੋਚਿਆ ਕਿ ਰਿਜ਼ਰਵੇਸ਼ਨ ਜਿਹੜਾ ਰਾਖਵਾਂ ਕਰਨਾ ਹੈ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੀਆਂ ਕੈਟੇਗਰੀਜ਼ ਨੂੰ ਰਾਖਵਾਂ ਕਰਨ ਦਿੱਤਾ ਗਿਆ ਹੈ ਉਹ ਪੋਸਟਾਂ, ਉਹ ਸੀਟਾਂ, ਚਾਹੇ ਤੁਸੀਂ ਐਡਮਿਸ਼ਨ ਲੈਣੀ ਹੈ ਜਾਂ ਨੌਕਰੀ ਲੱਗਣੀ ਹੈ ਜਾਂ ਕੋਈ ਵੀ ਹੋਰ ਕੰਮ ਹੈ, ਉਹ ਉਹਨਾਂ ਲਈ ਹੀ ਰਾਖਵੀਆਂ ਹੁੰਦੀਆਂ ਨੇ। ਦੂਜੇ ਆਮ ਵਰਗ ਦੇ ਲੋਕ ਉਹਦੇ ਉੱਤੇ ਨਹੀਂ ਅਪਲਾਈ ਕਰ ਸਕਦੇ ਜਾਂ ਨਹੀਂ ਲੱਗ ਸਕਦੇ ਜਾਂ ਉਹਨਾਂ ਨੂੰ ਨਹੀਂ ਲੈ ਸਕਦੇ। ਤਾਂ ਅਜਿਹਾ ਕਿਉਂ ਹੈ? ਇਹ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਕਿਉਂ ਹੈ? ਕਿਉਂਕਿ ਉਹ ਕੁਝ ਖਾਸ ਸ਼੍ਰੇਣੀਆਂ ਨੂੰ ਦਿੱਤੇ ਗਏ ਹੈ। ਉਹਨਾਂ ਨੂੰ ਦੇਣ ਦਾ ਆਧਾਰ ਕੀ ਹੈ? ਦੇਣ ਦਾ ਆਧਾਰ ਇਹ ਨਹੀਂ ਕਿ ਉਹਨਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਆ, ਬਲਕਿ ਉਹਨਾਂ ਨੂੰ ਦੇਣ ਦਾ ਆਧਾਰ ਇਹ ਹੈ ਕਿ ਇਹ ਕੁਝ ਸ਼੍ਰੇਣੀਆਂ ਲੰਮੇ ਸਮੇਂ ਤੋਂ ਜਾਤ, ਨਸਲ, ਰੰਗ, ਕਿਸੇ ਵੀ ਭੇਦਭਾਵ ਦੇ ਕਾਰਨ ਦੱਬੀਆਂ ਰਹੀਆਂ ਨੇ।
ਇਹਨਾਂ ਨੂੰ ਉੱਪਰ ਉੱਠਣ ਦਾ ਮੌਕਾ ਸਮਾਜ ਨੂੰ ਨੇ ਨਹੀਂ ਦਿੱਤਾ ਗਾ। ਇਹਨਾਂ ਨੂੰ ਦਬਾ ਕੇ ਰੱਖਿਆ ਗਿਆ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇਗੇ, ਤੁਹਾਡੀ ਜਾਤ ਦਾ ਬੰਦਾ ਇਹ ਕੰਮ ਨਹੀਂ ਕਰ ਸਕਦਾ। ਇਹਨਾਂ ਨੂੰ ਦਬਾ ਕੇ ਰੱਖਿਆ ਗਿਆ। ਹੁਣ ਆਜ਼ਾਦ ਭਾਰਤ ਦੇ ਵਿੱਚ ਵੀ ਇਹ ਅਧਿਕਾਰ ਦਿੱਤੇ ਗਏ ਹੈ ਤੇ ਲੋਕਤੰਤਰੀ ਦੇਸ਼ਾਂ ਨੇ ਵੀ ਕਈਆਂ ਨੇ ਦਿੱਤੇ ਹਨ ਕਿ ਉਹਨਾਂ ਨੂੰ ਖਾਸ ਮੌਕੇ ਦਿੱਤੇ ਜਾਣ, ਉਹਨਾਂ ਨੂੰ ਕੋਈ ਛੋਟਾਂ ਦਿੱਤੀਆਂ ਜਾਣ ਤਾਂ ਕਿ ਉਹ ਦੂਜੀਆਂ ਸ਼੍ਰੇਣੀਆਂ ਵਾਂਗ ਵਿਕਸਿਤ ਹੋ ਸਕਣ। ਜਿਵੇਂ ਸਾਡੇ SC ST BC ਕੈਟਾਗਰੀ ਦੇ ਲਈ ਰਿਜ਼ਰਵੇਸ਼ਨ ਹੈ, ਫੀਮੇਲ ਵਿਮਨ ਦੇ ਲਈ ਰਿਜ਼ਰਵੇਸ਼ਨ ਹੈ, ਹੈਂਡੀਕੈਪ ਦੇ ਲਈ ਰਿਜ਼ਰਵੇਸ਼ਨ ਹੈ। ਇਹ ਜਿਹੜੀਆਂ ਰਿਜ਼ਰਵੇਸ਼ਨ ਨੇ ਇਹ ਕੁਝ ਖਾਸ ਵਰਗਾਂ ਨੂੰ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਪੁਰਾਣੇ ਸਮਿਆਂ ਤੋਂ ਦੱਬ ਕੇ ਰੱਖਿਆ ਹੋਇਆ ਸੀ ਤਾਂ ਕਿ ਉਹ ਆਮ ਸ਼੍ਰੇਣੀਆਂ ਦੇ ਵਾਂਗ ਵਿਕਸਿਤ ਹੋ ਸਕਣ। ਔਰ ਥੋੜ੍ਹੇ ਸਮੇਂ ਲਈ ਹਨ ਕਿ ਕੁਝ ਸਮੇਂ ਤੱਕ, ਔਰ ਸਰਕਾਰ ਹੌਲੀ ਹੌਲੀ ਨੂੰ ਐਕਸਟੈਂਡ ਕਰ ਰਹੀ ਹੈ ਉਸ ਸਮੇਂ ਨੂੰ ਸਾਡੀ, ਤਾਂ ਕਿ ਕਿਉਂਕਿ ਹਜੇ ਤੱਕ ਬਹੁਤੇ ਲੋਕ ਹਜੇ ਵੀ ਦੱਬੇ ਕੁਚਲੇ ਨੇ, ਉਹ ਆਪਣੇ ਆਪ ਨੂੰ ਆਮ ਲੋਕਾਂ ਦੇ ਬਰਾਬਰ ਵਿਕਸਿਤ ਨਹੀਂ ਕਰ ਸਕੇਗੇ। ਇਸ ਲਈ ਜਿਹੜਾ ਇਸ ਤਰ੍ਹਾਂ ਦਾ ਵਿਤਕਰਾ ਹੈ ਉਹਦੀ ਆਗਿਆ ਹੈ। ਇਹ ਸਮਾਨਤਾ ਦੇ ਸਿਧਾਂਤ ਦੀ ਉਲੰਘਣਾ ਨਹੀਂ ਹੈ ਕਿਉਂਕਿ ਜਿਹੜਾ ਇਹਦਾ ਆਧਾਰ ਹੈ ਉਹ ਜਾਤ ਨਸਲ ਰੰਗ ਧਰਮ ਭੇਦ ਅਜਿਹਾ ਨਹੀਂ ਹੈ, ਬਲਕਿ ਉਹਦਾ ਆਧਾਰ ਜਿਹੜਾ ਹੈ ਉਹ ਸੋਲਿਡ ਹੈ ਕਿ ਉਹਨਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਲੰਬਾ ਸਮਾਂ ਦੱਬ ਕੇ ਰੱਖਿਆ ਗਿਆ, ਇਸ ਲਈ ਉਹਨਾਂ ਨੂੰ ਇਹ ਮੌਕਾ ਦਿੱਤਾ ਗਿਆ। ਇਸ ਲਈ ਅਸਾਰੂ ਵਿਤਕਰੇ ਦੀ ਆਗਿਆ ਵੈਰੀ ਇੰਪੋਰਟੈਂਟ ਕੁਐਸਚਨ ਹੈ, ਇਹਨੂੰ ਚੰਗੀ ਤਰ੍ਹਾਂ ਸਮਝ ਲਓ। ਔਰ ਇਹ ਕੁਐਸਚਨ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਫਾਈਨਲ ਐਗਜ਼ਾਮ ਦੇ ਵਿੱਚ ਵੀ। ਤਾਂ ਇਹ ਸੀ ਸਾਡਾ ਅੱਜ ਦਾ ਟੌਪਿਕ ਸਮਾਨਤਾ ਦੇ ਅਰਥ ਬਾਰੇ ਪੜ੍ਹਿਆ, ਪੱਖਾਂ ਬਾਰੇ ਪੜ੍ਹਿਆ, ਨਕਾਰਾਤਮਕ ਸਕਾਰਾਤਮਕ ਬਾਰੇ, ਪਰਿਭਾਸ਼ਾ ਬਾਰੇ ਪੜ੍ਹਿਆ, ਅਰਥ ਬਾਰੇ ਪੜ੍ਹਿਆ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਪੜ੍ਹਿਆ। ਉਮੀਦ ਹੈ ਤੁਹਾਨੂੰ ਲੈਸਨ ਪਸੰਦ ਆਇਆ ਹੋਵੇਗਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ। ਥੈਂਕ ਯੂ।